ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੇ RAM ਕਾਰ, ਦੁਖ ਲੱਗੈ ਨਾ ਪਾਈ। ਚੌਗਿਰਦ ਹਮਾਰੇ RAM ਕਾ, ਦੁਖ ਲੱਗੈ ਨਾ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਪਿਆਰੇ ਬੱਚਿਓ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੁਆਰਾ ਵਿਦਿਆਰਥੀ ਸ਼ਖਸੀਅਤ ਉਸਾਰੀ ਕਲਾਸਾਂ ਆਨਲਾਈਨ ਸ਼ੁਰੂ ਕੀਤੀਆਂ ਹੋਈਆਂ ਨੇ। ਪਿਛਲੀ ਕਲਾਸ ਦੇ ਵਿੱਚ ਆਪ ਜੀ ਨੇ ਗੁਣਾਂ ਦੀ ਸਾਂਝ ਕਰਨ ਬਾਰੇ ਵੀਰ ਗੁਰਚਰਨ ਸਿੰਘ ਹੋਰਾਂ ਤੋਂ ਬਹੁਤ ਹੀ ਵਧੀਆ ਢੰਗ ਨਾਲ ਉਹਨਾਂ ਦੇ ਵਿਚਾਰ ਸੁਣੇ। ਤਾਂ ਅੱਜ ਦੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਜੀ ਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ। ਮੈਂ ਇਹ ਪੁੱਛਣਾ ਚਾਹੁੰਦਾ, ਬੇਟੇ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਨਿਸ਼ਾਨਾ ਮਿਥਿਆ ਹੈ? ਜੇ ਨਹੀਂ ਤਾਂ ਨਿਸ਼ਾਨੇ ਤੋਂ ਬਿਨਾਂ ਜ਼ਿੰਦਗੀ ਦੇ ਵਿੱਚ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਮੰਨ ਲਓ ਅਸੀਂ ਆਪਦੇ ਪਿੰਡ ਤੋਂ, ਨਗਰ ਤੋਂ, ਸ਼ਹਿਰ ਤੋਂ ਕਿਸੇ ਪਾਸੇ ਵੱਲ ਨੂੰ ਚੱਲ ਪੈਂਦੇ ਹਾਂ, ਪਰ ਸਾਡਾ ਨਿਸ਼ਾਨਾ ਨਹੀਂ ਹੈ ਵੀ ਅਸੀਂ ਕਿਹੜੇ ਨਗਰ ਜਾਣਾ ਜਾਂ ਕਿਹੜੇ ਪਿੰਡ ਜਾਣਾ, ਕਿਹੜੇ ਸ਼ਹਿਰ ਜਾਣਾ ਹੈ, ਤਾਂ ਫਿਰ ਅਸੀਂ ਪਹੁੰਚਾਂਗੇ ਕਿੱਥੇ? ਜੇ ਕਿ ਇੱਕ ਜਹਾਜ਼ ਉਡਾਉਣ ਵਾਲਾ ਪਾਇਲਟ ਆਪਣੀ ਦਿਸ਼ਾ ਰੱਖ ਕੇ ਨਹੀਂ ਚੱਲਦਾ ਜਾਂ ਕੋਈ ਨਿਸ਼ਾਨਾ ਮਿੱਥ ਕੇ ਨਹੀਂ ਚੱਲਦਾ ਵੀ ਮੈਂ ਇਸ ਦੇਸ਼ ਵੱਲ ਰੁਖ ਕਰਨਾ ਹੈ, ਕੀ ਉਹ ਜਹਾਜ਼ ਉਸ ਦੇਸ਼ ਪਹੁੰਚ ਜਾਏਗਾ? ਬੇਟੇ ਨਹੀਂ ਹੋ ਸਕਦਾ। ਇੱਥੋਂ ਤੱਕ ਕਿ ਜਿਹੜੇ ਆਲ੍ਹਣਿਆਂ ਦੇ ਵਿੱਚੋਂ ਪੰਛੀ ਜਾਂਦੇ ਨੇ ਨਾ, ਉਹ ਵੀ ਆਪਣਾ ਇੱਕ ਨਿਸ਼ਾਨਾ ਮਿੱਥ ਕੇ ਜਾਂਦੇ ਨੇ ਵੀ ਅਸੀਂ ਇਸ ਜਗ੍ਹਾ ਤੇ ਪਹੁੰਚਣਾ ਜਿੱਥੋਂ ਸਾਨੂੰ ਭੋਜਨ ਮਿਲਣਾ ਹੀ ਮਿਲਣਾ, ਔਰ ਉੱਥੋਂ ਹੀ ਜਾ ਕੇ ਉਹ ਫਿਰ ਆਪਦਾ ਇੱਕ ਸਿੱਧਾ ਪੱਕਾ ਨਿਸ਼ਾਨਾ ਹੁੰਦਾ ਹੈ ਵੀ ਅਸੀਂ ਆਲ੍ਹਣੇ ਤੱਕ ਕਿਵੇਂ ਪਹੁੰਚਣਾ ਹੈ। ਇੱਕ ਪੰਛੀ ਆਪਦਾ ਨਿਸ਼ਾਨਾ ਮਿੱਥ ਕੇ ਚੱਲਦਾ ਹੈ, ਤੇ ਇੱਕ ਇਨਸਾਨ ਲਈ ਤਾਂ ਉਦੋਂ ਵੀ ਜ਼ਰੂਰੀ ਹੈ ਵੀ ਜੇ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਨਾ ਪੁੱਤਰੋ, ਜੇ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਹੈ ਤਾਂ ਸਾਡੇ ਜ਼ਿੰਦਗੀ ਦਾ ਕੋਈ ਨਾ ਕੋਈ ਨਿਸ਼ਾਨਾ ਹੋਣਾ ਚਾਹੀਦਾ। ਗੁਰੂ ਸਾਹਿਬ ਨੇ ਸਾਨੂੰ ਜ਼ਿੰਦਗੀ ਦੇ ਵਿੱਚ ਬੜੇ ਵੱਡੇ ਨਿਸ਼ਾਨੇ ਦਿੱਤੇ ਨੇ ਕਿ ਮਨੁੱਖਾ ਜਨਮ ਹੈ ਜਿਹੜਾ, ਇਹ ਐਵੇਂ ਨਹੀਂ ਮਿਲਿਆ, ਇਹ ਕਿਸੇ ਵੱਡੇ ਪ੍ਰਾਪਤੀਆਂ ਵਾਸਤੇ, ਕੁਝ ਵੱਡਾ ਕਰਨ ਵਾਸਤੇ ਮਿਲਿਆ। ਜੇ ਬਾਕੀ ਜਾਨਵਰਾਂ ਵਾਂਗੂ ਵੀ ਅਸੀਂ ਵੀ ਇਸੇ ਤਰ੍ਹਾਂ ਹੀ ਜਿਹੜਾ ਹੈ ਪੈਦਾ ਹੋ ਕੇ ਤੇ ਇਸ ਜੀਵਨ ਨੂੰ ਗੁਜ਼ਾਰ ਕੇ ਚਲੇ ਗਏ ਤੇ ਜੀਵਨ ਵਿੱਚ ਪ੍ਰਾਪਤੀ ਕੁਝ ਨਾ ਕੀਤੀ, ਤੇ ਫਿਰ ਪੁੱਤਰੋ ਇਹਨਾਂ ਪਸ਼ੂਆਂ, ਪੰਛੀਆਂ, ਜਾਨਵਰਾਂ ਦੇ ਵਿੱਚੋਂ ਸਾਡਾ ਮਨੁੱਖੇ ਜਨਮ ਦਾ, ਸਾਡਾ ਆਦਮੀ ਹੋਣ ਦਾ ਕੀ ਫਾਇਦਾ ਹੋਇਆ? ਸੋ ਗੁਰੂ ਸਾਹਿਬ ਸਾਨੂੰ ਕਹਿੰਦੇ ਨੇ ਭਾਈ ਤੇਰਾ ਨਿਸ਼ਾਨਾ ਜਿਹੜਾ ਪੱਕਾ ਹੋਣਾ ਚਾਹੀਦਾ ਹੈ। ਜਦੋਂ ਅਸੀਂ ਸਾਰੇ ਇੱਕ ਪੜ੍ਹਦੇ ਹਾਂ ਨਾ ਸ਼ਬਦ ਜੀ, ਦੇਹ ਸ਼ਿਵਾ ਬਰ ਮੋਹਿ ਇਹ ਸ਼ੁਭ ਕਰਮਨ ਤੇ ਕਬ ਹੂ ਨਾ ਟਰੋ, ਉਹਦੇ ਵਿੱਚ ਆਉਂਦਾ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ। 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਨਿਸ਼ਚੈ ਕਰ। ਤੇ ਹੁਣ ਨਿਸ਼ਚੈ ਕੀ ਹੈ? ਦ੍ਰਿੜ ਵਿਸ਼ਵਾਸ, ਇਰਾਦਾ, ਜਾਂ ਐਂ ਕਹਿ ਲਓ ਕਿਸੇ ਥਾਂ ਤੇ ਕਿਸੇ ਮੰਜ਼ਿਲ ਤੇ ਪਹੁੰਚਣ ਲਈ ਪੱਕੀ ਲਗਨ, ਤਾਂ ਇਹਨੂੰ ਸਤਿਗੁਰੂ ਕਹਿੰਦੇ ਨੇ ਨਿਸ਼ਚਾ। ਨਿਸ਼ਚੈ ਕਰ ਆਪਣੀ ਜੀਤ ਕਰੋ, ਕਿਸੇ ਮੰਜ਼ਿਲ ਤੇ ਪਹੁੰਚਣ ਲਈ ਦ੍ਰਿੜ ਇਰਾਦਾ ਕਰ ਲੈਣਾ। ਤੇ ਹੁਣ ਬੇਟੇ ਇਹ ਇਰਾਦਾ ਕਰਨਾ ਤੁਹਾਡੇ ਤੇ ਹੈ। ਤੁਸੀਂ ਆਪਣੇ ਜੀਵਨ ਦਾ ਕੋਈ ਨਾ ਕੋਈ ਨਿਸ਼ਾਨਾ ਜ਼ਰੂਰ ਮਿੱਥ ਕੇ ਚੱਲਣਾ ਹੈ। ਕੀ ਬਣਨਾ ਜ਼ਿੰਦਗੀ 'ਚ, ਇਹ ਨਾ ਹੋਵੇ ਵੀ ਪਤਾ ਨਹੀਂ ਅਜੇ ਬਾਅਦ ਸੋਚਾਂਗੇ। ਨਹੀਂ ਪੁੱਤਰ, ਨਹੀਂ ਬੇਟੇ, ਜਿਹੜਾ ਕੁਝ ਤੁਸੀਂ ਜ਼ਿੰਦਗੀ 'ਚ ਬਣਨਾ ਚਾਹੁੰਦੇ ਹੋ ਹੁਣੇ ਹੀ ਨਿਸ਼ਾਨਾ ਮੰਨ ਕੇ ਚੱਲੋ, ਤੇ ਜਿੰਨਾ ਵੱਡਾ ਨਿਸ਼ਾਨਾ ਮਿਥ ਲਵੋਗੇ ਤੇ ਜ਼ਿੰਦਗੀ 'ਚ ਓਨੀ ਵੱਡੀ ਪ੍ਰਾਪਤੀ ਤੁਹਾਨੂੰ ਹੋ ਜਾਣੀ ਹੈ। ਕਿਉਂ? ਕਿਉਂਕਿ ਜਦੋਂ ਅਸੀਂ ਵੱਡੇ ਨਿਸ਼ਾਨੇ ਮਿਥਾਂਗੇ ਤਾਂ ਵੱਡੇ ਨਿਸ਼ਾਨੇ ਵਾਸਤੇ ਅਸੀਂ ਓਨੇ ਵੱਡੇ ਕਦਮ ਵੀ ਪੁੱਟਾਂਗੇ। ਠੀਕ ਹੈ ਨਾ ਜੀ? ਤਾਂ ਇਹ ਜਿੱਡਾ ਵੱਡਾ ਅਸੀਂ ਨਿਸ਼ਾਨਾ ਮਰਜ਼ੀ ਮਿਥ ਲਈਏ, ਇਨਸਾਨ ਜਿੱਡਾ ਵੱਡਾ ਮਰਜ਼ੀ ਨਿਸ਼ਾਨਾ ਮਿਥ ਲਵੇ, ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ ਜਿਹੜਾ ਆਪ ਮਿਹਨਤ ਕਰਕੇ ਚੱਲਦਾ ਹੈ, ਇੱਕ ਨਿਸ਼ਚੇ ਦੇ ਨਾਲ ਚੱਲਦਾ ਹੈ, ਇੱਕ ਪੱਕੀ ਲਗਨ ਦੇ ਨਾਲ ਚੱਲਦਾ ਹੈ, ਤੇ ਗੁਰੂ ਬਿਲਕੁਲ ਉਹਦੇ ਨਾਲ ਸਾਥ ਦਿੰਦਾ ਹੈ। ਅਸੀਂ ਆਮ ਹੀ ਇਹ
ਲਿਖਿਆ ਪੜ੍ਹਦੇ ਆ ਬਹੁਤ ਥਾਵਾਂ ਦੇ ਉੱਪਰ ਕਿ ਪ੍ਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪ ਦੀ ਮਦਦ ਆਪ ਕਰਦੇ ਹੈ, ਜਿਨ੍ਹਾਂ ਨੇ ਆਪਣੇ ਵੱਡੇ ਨਿਸ਼ਾਨੇ ਮਿੱਥ ਕੇ ਉਹਨਾਂ ਨਿਸ਼ਾਨਿਆਂ ਦੇ ਲਈ ਚੱਲਣ ਦੇ ਲਈ ਕੁਝ ਕੀਤਾ ਹੈ, ਨਿਸ਼ਾਨਿਆਂ ਨੂੰ ਪ੍ਰਾਪਤ ਕਰਨ ਲਈ ਕੁਝ ਕੀਤਾ ਹੈ। ਤੇ ਬੇਟੇ ਜ਼ਿੰਦਗੀ ਦੇ ਵਿੱਚ ਤੁਸੀਂ ਪਹਿਲਾਂ ਤਾਂ ਨਿਸ਼ਾਨਾ ਮਿੱਥਣਾ ਹੈ, ਮੈਂ ਬਣਨਾ ਕੀ ਹੈ। ਫਿਰ ਉਸ ਤੋਂ ਬਾਅਦ ਦੂਜੀ ਗੱਲ, ਇਹਦੇ ਵਾਸਤੇ ਸਾਨੂੰ ਜਿਹੜੀ ਇਹ ਸੋਚ ਹਾਂ ਪੱਖੀ ਰੱਖਣੀ ਪੈਣੀ ਹੈ ਵੀ ਇਹ ਨਹੀਂ ਵੀ ਮੈਂ ਨਿਸ਼ਾਨਾ ਤਾਂ ਮਿੱਥ ਲਿਆ, ਵੀ ਪਤਾ ਨਹੀਂ ਮੈਥੋਂ ਪੂਰਾ ਹੋਊ ਕਿ ਨਾ ਹੋਊ, ਪਤਾ ਨਹੀਂ ਮੈਂ ਪਹੁੰਚੂਗਾ ਕਿ ਨਾ ਪਹੁੰਚੂਗਾ, ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ। ਬੇਟੇ ਇਹ ਨਹੀਂ ਹੁੰਦਾ। ਹਰ ਇੱਕ ਇਨਸਾਨ ਦੇ ਵਿੱਚ ਵਾਹਿਗੁਰੂ ਨੇ ਸਮਰੱਥਾ ਬਖਸ਼ੀ ਹੈ, ਜੇ ਉਹ ਠਾਣ ਲਵੇ ਤੇ ਉਹ ਕਰ ਸਕਦਾ ਹੈ। ਸਭ ਤੋਂ ਪਹਿਲਾਂ ਅਸੀਂ ਆਪਦੀ ਹਾਂ ਪੱਖੀ ਸੋਚ ਰੱਖਣੀ ਹੈ ਵੀ ਜੋ ਇਹ ਮੈਂ ਬਣਨਾ, ਮੈਂ ਬਣ ਸਕਦਾ, ਮੈਂ ਬਣ ਕੇ ਦਿਖਾਵਾਂਗਾ, ਮੈਂ ਕੁਝ ਕਰਨਾ ਹੈ, ਮੈਂ ਕੁਝ ਬਣਨਾ ਹੈ। ਇਹ ਇੱਕ ਨਿਸ਼ਚੈ ਜ਼ਿੰਦਗੀ 'ਚ ਧਾਰੋ, ਤਾਂ ਕਰਕੇ ਤੁਸੀਂ ਜੋ ਚਾਹੋਗੇ ਬਣ ਜਾਓਗੇ। ਹੁਣ ਦੇਖਿਓ, ਇੱਕ ਹਾਥੀ ਨੇ ਨਾਲ ਬੰਦੇ ਨੇ ਲੜਨਾ ਕੋਈ ਛੋਟੀ ਗੱਲ ਹੈ, ਪਰ ਜਦੋਂ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੋਇਆ, ਬਚਿੱਤਰ ਸਿੰਘ ਨੇ ਵੀ ਦ੍ਰਿੜ ਨਿਸ਼ਚਾ ਕਰ ਲਿਆ, ਜੇ ਗੁਰੂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਂ ਲੜ ਸਕਦਾ। ਤੇ ਦੇਖੋ ਬਚਿੱਤਰ ਸਿੰਘ ਨੇ ਹਾਥੀ ਦੇ ਨਾਲ ਲੜਾਈ ਕਰਕੇ ਹਾਥੀ ਨੂੰ ਹਰਾ ਦਿੱਤਾ ਹੈ। ਭਗਤ ਪੂਰਨ ਸਿੰਘ ਜੀ ਹੋਰਾਂ ਨੇ ਇੱਕ ਨਿਸ਼ਚਾ ਕੀਤਾ ਹੈ ਵੀ ਇਹਨਾਂ ਬੇਸਹਾਰਾ ਲੋਕਾਂ ਦੇ ਵਾਸਤੇ ਮੈਂ ਇੱਕ ਇਹੋ ਜਿਹਾ ਆਸ਼ਰਮ ਬਣਾਵਾਂਗਾ ਜਿੱਥੇ ਇਹਨਾਂ ਦਾ ਰਹਿਣ ਬਸੇਰਾ ਹੋ ਸਕੇ। ਤੇ ਅੱਜ ਦੇਖੋ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਭਗਤ ਪੂਰਨ ਸਿੰਘ ਜੀ ਦਾ ਕਿੰਨਾ ਵੱਡਾ ਪਿੰਗਲਵਾੜਾ ਅੱਜ ਜਿਹੜਾ ਹੈਗਾ, ਉਹਦੇ ਵਿੱਚ ਕਿੰਨੇ ਲੋਕਾਂ ਦੀ ਸੇਵਾ ਸੰਭਾਲ ਹੋ ਰਹੀ ਹੈ। ਤੇ ਸਾਡੇ ਦੇਸ਼ ਦੇ ਰਾਸ਼ਟਰਪਤੀ ਰਹੇ ਨੇ ਡਾਕਟਰ APJ ਅਬਦੁਲ ਕਲਾਮ, ਅਸੀਂ ਆਮ ਹੀ ਉਹਨਾਂ ਦੀ ਉਦਾਹਰਣ ਲੈਂਦੇ ਹਾਂ। ਇੱਕ ਕਿਸ਼ਤੀਆਂ ਠੀਕ ਕਰਨ ਵਾਲੇ ਦੇ ਬੇਟੇ ਨੇ ਕਿਹੜੇ ਨਿਸ਼ਾਨੇ ਜ਼ਿੰਦਗੀ 'ਚ ਮਿਥ ਲਏ, ਤੇ ਦੇਖੋ ਦੁਨੀਆ ਦੇ ਵਿੱਚ ਆਪਦੀਆਂ ਪੈੜਾਂ ਪਾ ਕੇ ਗਏ ਨੇ। ਤੇ ਭਾਰਤ ਦਾ ਮਿਜ਼ਾਈਲ ਮੈਨ ਉਹਨੂੰ ਕਿਹਾ ਜਾਂਦਾ ਹੈ, ਔਰ ਸਭ ਤੋਂ ਉੱਚੇ ਅਹੁਦੇ ਰਾਸ਼ਟਰਪਤੀ ਦੇ ਅਹੁਦੇ ਤੇ ਉਹ ਰਹੇ, ਔਰ ਸਭ ਤੋਂ ਵੱਡੀ ਗੱਲ ਉਹ ਇੱਕ ਬਹੁਤ ਵਧੀਆ ਅਧਿਆਪਕ ਰਹੇ ਨੇ ਪੁੱਤਰੋ। ਸੋ ਅਸੀਂ ਜੋ ਕੁਝ ਮਿਥ ਲਾਂਗੇ ਉਹ ਪ੍ਰਾਪਤ ਕਰ ਸਕਦੇ ਹਾਂ, ਪਰ ਇਹਦੇ ਲਈ ਸਾਨੂੰ ਕੁਝ ਹੋਰ ਵੀ ਕਰਨਾ ਪੈਣਾ। ਪਹਿਲੀ ਗੱਲ, ਹਾਂ ਪੱਖੀ ਸੋਚ ਹੋਣੀ ਚਾਹੀਦੀ ਹੈ। ਤੇ ਉਸ ਤੋਂ ਬਾਅਦ ਵੀ ਜੋ ਕੁਝ ਅਸੀਂ ਕਰਨਾ ਹੈ ਨਾ, ਇਹਦੇ ਲਈ ਸਾਨੂੰ ਨਿਸ਼ਾਨੇ ਨੂੰ ਸਮਰਪਣ ਹੋਣਾ ਪੈਣਾ, ਸਮਰਪਿਤ। ਹੁਣ ਇਹ ਨਹੀਂ ਵੀ ਮੈਂ ਇਹ ਮਨ 'ਚ ਤਾਂ ਇਹ ਧਾਰ ਲਿਆ ਵੀ ਮੈਂ ਤੇ ਬੜਾ ਵੱਡਾ ਸਾਇੰਸਦਾਨ ਬਣਨਾ ਹੈ, ਪਰ ਦੂਜੇ ਬੰਨੇ ਮੈਂ ਇਹ ਸੋਚਾਂ ਵੀ ਕੋਈ ਨਹੀਂ, ਪੜ੍ਹਨਾ ਕੀ ਹੈ, ਪੇਪਰਾਂ ਦੇ ਵੇਲੇ ਜਾ ਕੇ ਪੜ੍ਹ ਲਾਂਗੇ, ਜਾਂ ਕੋਈ ਨਹੀਂ ਉਹ 4 ਸਵਾਲ ਨੇ ਉਹ ਯਾਦ ਕਰਕੇ ਰੱਟਾ ਲਾ ਕੇ ਨੰਬਰ ਲੈ ਲਾਂਗੇ। ਜਾਓ ਬੇਟੇ, ਇਹ ਜਿਹੜੀ ਚੀਜ਼ ਵੀ ਅਸੀਂ ਕਰਨੀ ਆ ਨਾ, ਅਸੀਂ ਉਹਨੂੰ ਸਮਰਪਿਤ ਹੋ ਕੇ ਉਹਦੀ ਪੂਰੀ ਘੋਖ, ਪੂਰੀ ਜਾਣਕਾਰੀ ਉਹ ਸਾਨੂੰ ਹੋਣੀ ਚਾਹੀਦੀ ਹੈ, ਕਿਉਂਕਿ ਅਧੂਰੀ ਜਾਣਕਾਰੀ ਹਮੇਸ਼ਾ ਘਾਤਕ ਹੁੰਦੀ ਹੈ। ਤਾਂ ਕਿਸੇ ਵੀ ਨਿਸ਼ਾਨੇ ਨੂੰ ਸਮਰਪਿਤ ਹੋ ਕੇ ਫਿਰ ਉਸ ਤੋਂ ਬਾਅਦ ਅਨੁਸ਼ਾਸਨਬੱਧ ਪੜ੍ਹਾਈ ਕਰਨੀ, ਜ਼ਿੰਦਗੀ ਨੂੰ ਇੱਕ ਟਾਈਮ ਟੇਬਲ ਵਿੱਚ ਵੰਡਣਾ ਹੈ। ਅਸੀਂ ਦੇਖਦੇ ਹਾਂ ਕਈ ਵਾਰ ਬੱਚਿਆਂ ਦਾ ਇਹ ਹੁੰਦਾ ਵੀ ਜੇ ਖੇਡਣ ਲੱਗੇ ਸਾਰਾ ਦਿਨ ਖੇਡੀ ਜਾਣਾ ਹੈ, ਜੇ TV ਦੇਖਣ ਲੱਗੇ ਸਾਰਾ ਦਿਨ TV ਦੇਖੀ ਜਾਣਾ ਹੈ। ਇਸ ਕਰਕੇ ਬੇਟੇ ਜ਼ਿੰਦਗੀ ਨੂੰ ਇੱਕ ਟਾਈਮ ਟੇਬਲ ਵਿੱਚ ਬੰਨ੍ਹਣਾ, ਅਨੁਸ਼ਾਸਨ ਦੇ ਵਿੱਚ ਬੰਨ੍ਹਣਾ ਹੈ। ਹੁਣ ਦੇਖੋ ਦੁਨੀਆ ਦਾ, ਕੁਦਰਤ ਦਾ, ਵਾਹਿਗੁਰੂ ਜੀ ਦਾ ਇੱਕ ਅਨੁਸ਼ਾਸਨ ਹੈ। ਜੇ ਸੂਰਜ ਪੂਰਬ ਵੱਲੋਂ ਚੜ੍ਹਨਾ ਤਾਂ ਪੂਰਬ ਵੱਲੋਂ ਚੜ੍ਹਨਾ ਹੀ ਹੈ, ਜਿੰਨੇ ਵਜੇ ਉਹਨੇ ਚੜ੍ਹਨਾ ਹੈ ਉਹ ਆਪਦੀ ਡਿਊਟੀ ਕਰਦਾ ਹੈ, ਜਾ ਕੇ ਛਿਪਦਾ ਹੈ, ਚੰਦ ਚੜ੍ਹਦਾ ਹੈ, ਤਾਰੇ ਚੜ੍ਹਦੇ ਨੇ, ਧਰਤੀ ਘੁੰਮਦੀ ਹੈ, ਔਰ ਸਾਰਾ ਬ੍ਰਹਿਮੰਡ ਇਸ ਤਰ੍ਹਾਂ ਚੱਲ ਰਿਹਾ, ਸਾਰਾ ਅਨੁਸ਼ਾਸਨ ਦੇ ਵਿੱਚ ਹੈ। ਜੇ ਸਾਡੀ ਜ਼ਿੰਦਗੀ ਅਨੁਸ਼ਾਸਨ ਦੇ ਵਿੱਚ ਹੈ ਤਾਂ ਅਸੀਂ ਪੱਕਾ ਨਿਸ਼ਾਨੇ ਤੇ ਪਹੁੰਚਾਂਗੇ, ਪਰ ਜੇ ਕਿਤੇ ਅਸੀਂ ਅਨੁਸ਼ਾਸਨਹੀਣ ਹੋ ਗਏ ਨਾ ਪੁੱਤਰੋ, ਤੇ ਫਿਰ ਸਮਝ ਲਿਓ ਟੁੱਟਦੇ ਤਾਰੇ ਵਾਂਗੂ ਸਵਾਹ ਬਣ ਕੇ ਧਰਤੀ ਤੇ ਡਿੱਗਾਂਗੇ। ਪਰ ਮੈਨੂੰ ਇਹ ਗੁਰੂ ਚਰਨਾਂ 'ਚ ਬੈਠ ਕੇ ਮੈਂ ਆਪ ਜੀ ਨਾਲ ਇਹ ਗੱਲਾਂ ਕਰ ਰਿਹਾ, ਮੈਨੂੰ ਆਸ ਹੈ ਤੁਸੀਂ ਜੇ ਪੱਕਾ ਨਿਸ਼ਾਨਾ ਧਾਰ ਲਿਆ, ਸਮਰਪਣ ਹੋ ਗਏ ਮੰਜ਼ਿਲ ਨੂੰ, ਔਰ ਉਹਦੇ ਨਾਲ ਪੜ੍ਹਾਈ ਲੱਗਣ ਨਾਲ ਕਰਨੀ ਸ਼ੁਰੂ ਕਰ ਦਿੱਤੀ, ਅਨੁਸ਼ਾਸਨ ਜ਼ਿੰਦਗੀ ਦੇ ਵਿੱਚ ਲੈ ਆਂਦਾ, ਤੇ ਬੇਟੇ ਸਖਤ ਮਿਹਨਤ ਨਾਲ ਜੇ ਤੁਸੀਂ ਆਪਦੀ ਮੰਜ਼ਿਲ ਵੱਲ ਵਧਣਾ ਸ਼ੁਰੂ ਕਰ ਦਿੱਤਾ ਨਾ, ਤੇ ਦੁਨੀਆ ਦੀ ਐਸੀ ਕੋਈ ਤਾਕਤ ਨਹੀਂ ਜਿਹੜੀ ਤੁਹਾਨੂੰ ਰੋਕ ਸਕੇ। ਸੋ ਬੇਟੇ ਇਹ ਜ਼ਰੂਰੀ ਹੈ, ਗੱਲਾਂ ਯਾਦ ਰੱਖਿਓ ਇਹ, ਕਿਉਂਕਿ ਅਸੀਂ ਜਿੰਨੀ ਚੀਜ਼ ਵਧੀਆ ਤੇ ਮਹਿੰਗੀ ਖਰੀਦਣੀ ਹੋਵੇ ਸਾਨੂੰ ਉਨੀ ਉਹਦੀ ਕੀਮਤ ਵੱਧ ਦੇਣੀ ਪੈਂਦੀ ਹੈ। ਸਾਨੂੰ ਪਤਾ ਹੈ ਨਾ, ਅਸੀਂ ਬਾਜ਼ਾਰ 'ਚੋਂ ਲੂਣ ਖਰੀਦਦੇ ਹਾਂ ਤੇ ਸਿਰਫ 10 ਰੁਪਏ ਦਾ 1 ਕਿਲੋ ਮਿਲ ਜਾਂਦਾ ਹੈ, ਤੇ ਉਹੀ ਜੇ ਅਸੀਂ ਖੰਡ ਲੈਂਦੇ ਹਾਂ ਤਾਂ ਸਾਨੂੰ 35-40 ਰੁਪਏ ਦੇਣੇ ਪੈਂਦੇ ਹੈ। ਤੇ ਇਹੀ ਜੇ ਅਸੀਂ ਕਿਤੇ ਜਾ ਕੇ ਸੋਨਾ ਖਰੀਦਣਾ ਹੋਵੇ ਤੇ ਸਾਨੂੰ ਸਿਰਫ 1 ਤੋਲੇ ਦੇ 45,000 ਤੋਂ ਲੈ ਕੇ 50,000 ਤੱਕ ਕੀਮਤ ਅਦਾ ਕਰਨੀ ਪੈਂਦੀ ਹੈ। ਕਿਉਂ? ਕਿਉਂਕਿ ਸਾਡਾ ਨਿਸ਼ਾਨਾ ਕਿਹੜੀ ਚੀਜ਼ ਖਰੀਦਣ ਦਾ ਸਾਨੂੰ ਉਨੀ ਕੀਮਤ ਦੇਣੀ ਪੈਣੀ ਹੈ। ਹੁਣ ਇਹ ਸਾਡਾ ਨਿਸ਼ਾਨੇ ਤੇ ਡਿਪੈਂਡ ਕਰਦਾ ਹੈ ਬੇਟੇ, ਸਾਨੂੰ ਉਹ ਕੀਮਤ ਤਾਰਨੀ ਪੈਣੀ ਹੈ। ਇਹ ਕੀਮਤ ਸਾਨੂੰ ਡਾਲਰਾਂ ਵਿੱਚ ਤਾਰਨ ਦੀ ਲੋੜ ਨਹੀਂ, ਰੁਪਈਆਂ ਵਿੱਚ ਤਾਰਨ ਦੀ ਲੋੜ ਨਹੀਂ ਪੁੱਤਰ, ਸਾਨੂੰ ਇਹ ਬਸ ਸਿਰਫ ਕੁਝ ਕੁਰਬਾਨੀ ਕਰਨੀ ਪੈਣੀ ਹੈ। ਕਾਹਦੀ ਕੁਰਬਾਨੀ? ਕੋਈ ਬਹੁਤੀ ਵੱਡੀ ਕੁਰਬਾਨੀ ਨਹੀਂ। ਜੇ ਤੁਸੀਂ ਧਾਰ ਲਿਆ ਤੁਸੀਂ ਕਰ ਸਕਦੇ ਹੋ, ਜਿਵੇਂ WhatsApp ਦੀ ਕੁਰਬਾਨੀ ਹੈ,
ਸਾਰਾ ਦਿਨ WhatsApp ਤੇ ਲੱਗੇ ਰਹਿਣਾ, ਚੈਟਿੰਗ ਕਰੀ ਜਾਣੀ, ਠੀਕ ਹੈ, ਇਹਦੇ ਨਾਲ ਮਨ ਖੁਸ਼ ਹੋ ਜਾਂਦਾ, ਪਰ ਤੁਹਾਡੀ ਮੰਜ਼ਿਲ ਖੁੱਸ ਜਾਣੀ ਹੈ। ਸਾਰਾ ਦਿਨ Facebook ਤੇ ਲੱਗੇ ਰਹਿਣਾ ਹੈ ਜੀ, TV ਦੇ ਮੂਹਰੇ ਸਾਰਾ ਦਿਨ ਬੈਠੇ ਰਹਿਣਾ, ਠੀਕ ਹੈ, TV ਦੇ ਲਿਮਟਿਡ ਪ੍ਰੋਗਰਾਮ ਦੇਖੋ, ਖਬਰਾਂ ਦੇਖੋ, ਹੋਰ ਤੁਹਾਡੇ ਜਿਹੜੇ ਵਿਸ਼ੇ ਨਾਲ ਸੰਬੰਧਿਤ ਵੀ TV ਤੇ ਬੜਾ ਕੁਝ ਆਉਂਦਾ ਪੁੱਤਰੋ, ਚੈਨਲ ਚੱਲਦੇ ਨੇ, ਫਿਜ਼ਿਕਸ ਦੇ, ਕੈਮਿਸਟਰੀ ਦੇ, ਸਾਰਿਆਂ ਵਿਸ਼ਿਆਂ ਦੇ ਚੈਨਲ ਚੱਲਦੇ ਨੇ, ਪਰ ਅਸੀਂ ਕਦੇ ਉਹ ਤੋਂ ਪੂਰਾ ਲਾਹਾ ਨਹੀਂ ਲਿਆ। ਇਸ ਕਰਕੇ ਮੈਂ ਬੇਨਤੀ ਕਰਾਂ, ਸਾਨੂੰ ਵੀ ਕੁਰਬਾਨੀ ਕਰਨੀ ਪੈਣੀ ਹੈ TV ਦੀ, Facebook ਦੀ, WhatsApp ਦੀ ਅਤੇ ਮਨ ਮਰਜ਼ੀਆਂ ਦੀ। ਸਾਡਾ ਮਨ ਕਹਿੰਦਾ ਵੀ ਅਸੀਂ ਔਰ ਆਵਾਰਾਮ ਘੁੰਮੀਏ ਫਿਰੀਏ, ਸਾਨੂੰ ਕੋਈ ਰੋਕ ਟੋਕ ਨਾ ਹੋਵੇ, ਪਰ ਮੰਜ਼ਿਲ ਵਾਸਤੇ ਬੇਟੇ ਇੱਕ 22ਵੀਂ ਸਪੀਡ ਦੇ ਉੱਪਰ ਅਤੇ 22ਵੇਂ ਨਿਸ਼ਾਨੇ ਵੱਲ ਜਾਣਾ ਪੈਂਦਾ ਹੈ। ਸੋ ਮੈਂ ਬਹੁਤਾ ਲੰਬਾ ਵੀਡੀਓ ਨੂੰ ਨਾ ਕਰਾਂ, ਅੱਜ ਦੀ ਕਲਾਸ ਦੇ ਲਈ ਮੈਂ ਇੰਨਾ ਹੀ ਆਪ ਜੀ ਨੂੰ ਬੇਨਤੀ ਜ਼ਰੂਰ ਕਰਨੀ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਨਿਸ਼ਾਨਾ ਮਿਥੀਏ, ਫਿਰ ਨਿਸ਼ਾਨੇ 'ਤੇ ਪਹੁੰਚਣ ਦੇ ਲਈ ਦ੍ਰਿੜ ਨਿਸ਼ਚਾ ਕਰਕੇ ਜਿੰਨਾ ਵੱਡਾ ਨਿਸ਼ਾਨਾ ਮਿਥ ਲਾਂਗੇ, ਉਨੀ ਵੱਡੀ ਪ੍ਰਾਪਤੀ ਕਰਨ ਦੇ ਲਈ ਸਾਨੂੰ ਕੁਝ ਨੁਕਤੇ ਜਿਹੜੇ ਮੈਂ ਆਪ ਜੀ ਨਾਲ ਸਾਂਝੇ ਕੀਤੇ ਹੈ ਵੀ ਮੈਂ ਕਰ ਸਕਦਾ ਹਾਂ। ਸਮਰਪਣ ਹੋਣਾ ਹੈ, ਅਨੁਸ਼ਾਸਨ ਦੇ ਵਿੱਚ ਰਹਿਣਾ ਹੈ, ਸਖਤ ਮਿਹਨਤ ਕਰਨੀ ਹੈ, ਔਰ ਜਿੰਨਾ ਬੇਟੇ ਅਸੀਂ, ਇੱਕ ਕਹਾਵਤ ਹੈ, ਜਿੰਨਾ ਗੁੜ ਪਾਵਾਂਗੇ ਓਨਾ ਮਿੱਠਾ ਹੋਣਾ ਹੈ, ਜਿੰਨੀ ਮਿਹਨਤ ਕਰ ਲਾਂਗੇ ਉਨੀ ਮੰਜ਼ਿਲ ਸਾਨੂੰ ਜਲਦੀ ਮਿਲ ਜਾਏਗੀ। ਸੋ ਇਹਦੇ ਨਾਲ ਹੀ ਬੇਟੇ ਮੈਂ ਅੱਜ ਆਪ ਜੀ ਨੂੰ ਕੁਝ ਸਵਾਲ ਜਿਹੜਾ ਆਪਾਂ ਗੱਲਾਂ ਸਾਂਝੀਆਂ ਕੀਤੀਆਂ ਨੇ ਇਹਨਾਂ ਨਾਲ ਹੀ ਜਿਹੜਾ ਹੈ ਸੰਬੰਧਿਤ ਉਹ ਕਰਾਂਗਾ। ਤੁਸੀਂ ਇਹਨਾਂ ਦੇ ਜਵਾਬ ਜ਼ਰੂਰ ਦੇਣੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਜਿਹੜੇ ਸਿੰਘ ਨੇ ਹਾਥੀ ਨਾਲ ਲੜਾਈ ਕੀਤੀ ਉਹਦਾ ਕੀ ਨਾਮ ਸੀ। ਉਸ ਤੋਂ ਬਾਅਦ ਪਿੰਗਲਵਾੜਾ ਜਿਹੜਾ ਹੈ ਸਥਾਪਿਤ ਕੀਤਾ ਭਗਤ ਪੂਰਨ ਸਿੰਘ ਜੀ ਨੇ, ਉਹ ਕਿੱਥੇ ਹੈ। ਫਿਰ ਸਾਨੂੰ ਕਿਹੜੀ ਚੀਜ਼ ਦੀ ਕੁਰਬਾਨੀ ਕਰਨੀ ਪੈਣੀ ਹੈ। ਮੰਜ਼ਿਲ ਪ੍ਰਾਪਤੀ ਲਈ ਮੈਂ ਕਿਹਾ ਨਾ ਕੁਰਬਾਨੀਆਂ ਕਰਨੀਆਂ ਪੈਣਗੀਆਂ, ਕਿਸ ਚੀਜ਼ ਦੀ ਕੁਰਬਾਨੀ ਕਰਨੀ ਪੈਣੀ ਹੈ। ਜਿਹੜੀ ਨਿਸ਼ਚੈ ਕਰ ਆਪਣੀ ਜੀਤ ਕਰੋ ਦੀ ਤੁਕ ਹੈ, ਇਹ ਕਿਹੜੇ ਗੁਰੂ ਸਾਹਿਬ ਜੀ ਦੀ ਲਿਖੀ ਹੋਈ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।